Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਅੱਜ ਜੋ ਆਪਾਂ ਪਹਿਲੀ ਅਸ਼ਟਪਦੀ ਪੜ੍ਹਨ ਜਾ ਰਹੇ ਹਾਂ, ਉਹਦੇ ਵਿੱਚ ਮਨੁੱਖ ਦੀ ਬਿਰਤੀ ਦੀ ਗੱਲ ਕੀਤੀ ਗਈ ਹੈ ਕਿ ਕਿਸ ਪ੍ਰਕਾਰ ਮਾਇਆ ਦੇ ਮੋਹ ਦੇ ਵਿੱਚ ਅੰਨਾ ਹੋਇਆ ਮਨੁੱਖ ਸਾਰੀ ਉਮਰ ਮਾਇਆ ਦੇ ਬਾਰੇ ਹੀ ਸੋਚਦਾ ਰਹਿੰਦਾ ਹੈ। ਹੰਕਾਰ ਅਤੇ ਧਾਰਮਿਕ ਕਾਰਜਾਂ ਦੇ ਬੰਧਨਾਂ ਦੇ ਵਿੱਚ ਹੀ ਵੱਜਾ ਰਹਿੰਦਾ ਹੈ। ਅੰਤ ਵੇਲੇ ਤੱਕ ਵੀ ਇਸ ਪ੍ਰਕਾਰ ਦੇ ਖਿਆਲ ਉਹਦਾ ਪਿੱਛਾ ਨਹੀਂ ਛੱਡਦੇ। ਗੌੜੀ ਮਹਿਲਾ ਪੰਜਵਾਂ। ਰੰਗ ਸੰਗ ਵਿਖਿਆ ਕੇ ਭੋਗਾ, ਇਨ ਸੰਗ ਅੰਧ ਨਾ ਜਾਣੇ। ਸਾਰੀ ਉਮਰ ਮਨੁੱਖ ਮਾਇਆ ਅਤੇ ਮਾਇਆ ਦੇ ਭੋਗਾਂ ਦੇ ਵਿੱਚ ਹੀ ਰੰਗਿਆ ਰਹਿੰਦਾ ਹੈ, ਮਾਇਆ ਦੇ ਭੋਗ ਦੇ ਵਿੱਚ ਹੀ ਮਸਤ ਹੋਇਆ ਰਹਿੰਦਾ ਹੈ। ਇਨ ਸੰਗ ਭਾਵ ਕਿ ਇਹਨਾਂ ਦੇ ਸੰਗ ਦੇ ਵਿੱਚ ਰਹਿੰਦਾ ਹੋਇਆ, ਮਾਇਆ ਦੇ ਸੰਗ ਦੇ ਵਿੱਚ ਰਹਿੰਦਾ ਹੋਇਆ ਅੰਧ ਨਾ ਜਾਣੀ। ਅੰਨਾ ਹੋਇਆ ਮਨੁੱਖ ਅਸਲੀਅਤ ਨੂੰ ਨਹੀਂ ਜਾਣ ਪਾਉਂਦਾ। ਹਉ ਸੰਚੋ ਹਉ ਖਾਟਤਾ, ਮੈਂ ਮਾਇਆ ਜੋੜ ਰਿਹਾ ਹਾਂ, ਮੈਂ ਮਾਇਆ ਖੱਟਦਾ ਹਾਂ। ਸਗਲੀ ਅਵਦ ਬਿਹਾਨੀ ਰਹਾਉ। ਇਹ ਸਭ ਕੁਝ ਕਰਦੇ ਹੋਏ, ਇਹ ਸਭ ਕੁਝ ਸੋਚਦੇ ਹੋਏ ਹੀ ਆਪਣੀ ਸਾਰੀ ਉਮਰ ਬਿਤਾ ਜਾਂਦਾ ਹੈ, ਗੁਜ਼ਾਰ ਜਾਂਦਾ ਹੈ। ਅਸਲੀਅਤ ਤੋਂ ਕਦੇ ਜਾਣੂ ਨਹੀਂ ਹੁੰਦਾ। ਹਉ ਸੂਰਾ ਪ੍ਰਧਾਨ, ਹਉ ਕੋ ਨਾਹੀ ਮੁਝੇ ਸਮਾਨੀ। ਇਹ ਸੋਚਦਾ ਰਹਿੰਦਾ ਹੈ ਕਿ ਮੈਂ ਵੱਡਾ ਸੂਰਮਾ ਹਾਂ, ਮੈਂ ਚੌਧਰੀ ਹਾਂ, ਮੈਂ ਪ੍ਰਧਾਨ ਹਾਂ, ਮੇਰੇ ਬਰਾਬਰ ਦਾ ਕੋਈ ਵੀ ਨਹੀਂ ਹੈ। ਜੋਬਨਵੰਤ ਅਚਾਰ ਕੁਲੀਨਾ, ਮਨ ਮਹਿ ਹੋਏ ਗੁਮਾਨੀ। ਮੈਂ ਬੜਾ ਜੋਬਨ ਵਾਲਾ ਹਾਂ, ਬੜਾ ਖੂਬਸੂਰਤ ਹਾਂ, ਮੇਰਾ ਬਹੁਤ ਉੱਚਾ ਆਚਾਰ ਹੈ, ਬਹੁਤ ਉੱਚਾ ਵਿਵਹਾਰ ਹੈ ਅਤੇ ਮੈਂ ਉੱਚੀ ਕੁੱਲ ਨਾਲ ਸੰਬੰਧ ਰੱਖਦਾ ਹਾਂ। ਮਨ ਦੇ ਵਿੱਚ ਇਹਨਾਂ ਗੱਲਾਂ ਦਾ ਗੁਮਾਨ ਕਰਦਾ ਰਹਿੰਦਾ ਹੈ। ਜੋ ਉਲਝਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ। ਬਾਦ ਬੁੱਧ ਭਾਵ ਮਰੀ ਹੋਈ ਮੱਤ। ਗੁਰੂ ਜੀ ਕਹਿੰਦੇ ਕਿ ਮਰੀ ਹੋਈ ਮੱਤ ਨੇ ਜਿਵੇਂ ਇਹਨੂੰ ਸਾਰੀ ਉਮਰ ਮਾਇਆ ਦੇ ਤੇ ਹੰਕਾਰ ਆਦਿਕ ਦੇ ਮੋਹ ਦੇ ਵਿੱਚ ਉਲਝਾ ਕੇ ਰੱਖਿਆ ਹੁੰਦਾ ਹੈ। ਮਰਤਿਆ ਨਹੀਂ ਬਿਸਰਾਨੀ, ਮਰਦੇ ਹੋਏ ਵੀ ਇਹ ਇਹਨਾਂ ਗੱਲਾਂ ਨੂੰ ਵਿਸਾਰਦਾ ਨਹੀਂ। ਮਰਦੇ ਵੇਲੇ ਵੀ ਇਹਦਾ ਜੋ ਖਿਆਲ ਹੈ ਉਹ ਮਾਇਆ ਦੇ ਵਿੱਚ ਹੀ ਜੁੜਿਆ ਹੁੰਦਾ ਹੈ। ਮਰਨ ਕਿਨਾਰੇ ਪਿਆ ਮਨੁੱਖ ਵੀ ਕਈ ਵਾਰ ਇਹ ਸੋਚ ਰਿਹਾ ਹੁੰਦਾ ਹੈ ਕਿ ਮੈਂ ਇੰਨਾ ਕੁਝ ਕਮਾਇਆ, ਹੁਣ ਮੈਨੂੰ ਛੱਡ ਕੇ ਜਾਣਾ ਪੈ ਰਿਹਾ ਹੈ। ਇਸ ਗੱਲ ਨੂੰ ਸੋਚ ਕੇ ਹੀ ਕਈ ਮਨੁੱਖ ਜਦੋਂ ਮਰਨ ਵਾਲੇ ਹੁੰਦੇ ਨੇ ਤਾਂ ਵਿਚਲਿਤ ਹੋਏ ਹੁੰਦੇ ਨੇ। ਸੋ ਮਰਦੇ ਦਮ ਤੱਕ ਵੀ ਮਾਇਆ ਦੇ ਖਿਆਲ ਸਾਡਾ ਖਹਿੜਾ ਨਹੀਂ ਛੱਡਦੇ। ਮਾਇਆ ਸਾਥ ਛੱਡ ਦਿੰਦੀ ਹੈ, ਮਾਇਆ ਦੇ ਖਿਆਲ ਖਹਿੜਾ ਨਹੀਂ ਛੱਡਦੇ। ਮਰਨ ਕਿਨਾਰੇ ਪਿਆ ਮਨੁੱਖ ਜਦੋਂ ਇਹ ਸਭ ਸੋਚ ਰਿਹਾ ਹੁੰਦਾ ਹੈ ਕਿ ਇੰਨੀ ਜ਼ਮੀਨ, ਇੰਨੀ ਜਾਇਦਾਦ ਮੈਂ ਬਣਾਈ ਅਤੇ ਹੁਣ ਮੈਨੂੰ ਛੱਡ ਕੇ ਜਾਣੀ ਪੈ ਰਹੀ ਹੈ, ਤਾਂ ਮਾਇਆ ਦੇ ਖਿਆਲ ਤਾਂ ਉਹਦੇ ਨਾਲ ਨੇ, ਪਰ ਉਹ ਜਿਹੜੀ ਜ਼ਮੀਨ ਜਾਇਦਾਦ ਬਣਾਈ ਉਹ ਉਹਦੇ ਕੰਮ ਨਹੀਂ ਆ ਸਕਦੀ, ਉਹਨੂੰ ਮਰਨ ਤੋਂ ਬਚਾ ਨਹੀਂ ਸਕਦੀ। ਸੋ ਅਸੀਂ ਕਹਿ ਸਕਦੇ ਹਾਂ ਕਿ ਮਾਇਆ ਦੇ ਖਿਆਲ ਸਾਡਾ ਖਹਿੜਾ ਨਹੀਂ ਛੱਡਦੇ, ਮਾਇਆ ਸਾਡਾ ਸਾਥ ਛੱਡ ਜਾਂਦੀ ਹੈ। ਭਾਈ ਮੀਤ ਬੰਧਪ ਸਖੇ, ਪਾਛਾ ਤਿਨਹੂ ਕਉ ਸੰਪਾਨੀ। ਭਰਾ, ਮਿੱਤਰ, ਰਿਸ਼ਤੇਦਾਰ, ਸਾਥੀ, ਕਹਿੰਦੇ ਪਿੱਛੋਂ ਇਹਨਾਂ ਨੂੰ ਹੀ ਆਪਣੀ ਮਾਇਆ ਸੌਂਪ ਕੇ ਜਾਣੀ ਹੁੰਦੀ ਹੈ, ਜਿਹਦੇ ਲਈ ਕਿ ਮਨੁੱਖ ਸਾਰੀ ਉਮਰ ਮਿਹਨਤਾਂ ਕਰਦਾ ਰਹਿੰਦਾ ਹੈ। ਜਿਤ ਲਾਗੋ ਮਨ ਵਾਸ਼ਨਾ, ਅੰਤ ਸਾਈ ਪ੍ਰਗਟਾਨੇ। ਜਿਸ ਵਾਸ਼ਨਾ ਦੇ ਵਿੱਚ ਮਨੁੱਖ ਦਾ ਮਨ ਸਾਰੀ ਉਮਰ ਲੱਗਾ ਰਹਿੰਦਾ ਹੈ, ਅੰਤ ਵੇਲੇ ਉਹੀ ਵਾਸ਼ਨਾ ਮਨੁੱਖ 'ਤੇ ਆਪਣਾ ਜ਼ੋਰ ਪਾਉਂਦੀ ਹੈ, ਉਹੀ ਵਾਸ਼ਨਾ ਮਨੁੱਖ ਨੂੰ ਵਿਚਲਿਤ ਕਰਦੀ ਹੈ, ਉਹੀ ਉਹਦੇ ਅੰਦਰ ਮੌਤ ਦਾ ਡਰ ਪਾਉਂਦੀ ਹੈ। ਅਹੰਬੁਧ ਸੁੱਚ ਕਰਮ ਕਰ, ਇਹ ਬੰਧਨ ਬੰਧਾਨੀ।
ਆਪਣੀ ਹੰਕਾਰ ਵਾਲੀ ਬੁੱਧੀ ਦੇ ਆਸਰੇ ਜੋ ਧਾਰਮਿਕ ਸੁੱਚਤਾ ਆਦਿਕ ਦੇ ਕਰਮ ਮਨੁੱਖ ਸਾਰੀ ਉਮਰ ਕਰਦਾ ਰਹਿੰਦਾ ਹੈ, ਇਹਨਾਂ ਬੰਧਨਾਂ ਦੇ ਵਿੱਚ ਆਪਣੇ ਆਪ ਨੂੰ ਬੰਨ੍ਹੀ ਰੱਖਦਾ ਹੈ, ਆਪਣੇ ਮਨ ਦੇ ਉੱਤੇ ਧਿਆਨ ਨਹੀਂ ਦਿੰਦਾ, ਆਪਣੇ ਤਨ ਨੂੰ ਪਵਿੱਤਰ ਕਰਨ ਦੇ ਉੱਤੇ ਬਹੁਤ ਜ਼ੋਰ ਲਾਉਂਦਾ ਹੈ। ਤਨ ਨੂੰ ਪਵਿੱਤਰ ਰੱਖਣ ਦੇ ਲਈ ਹਰ ਰੋਜ਼ ਇਸ਼ਨਾਨ ਵੀ ਕਰਦਾ ਹੈ, ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰਦਾ ਹੈ, ਇਹ ਸੋਚ ਕੇ ਕਿ ਉਹਦੇ ਪਾਪ ਧੋਤੇ ਜਾਣਗੇ। ਹੋਰ ਵੀ ਬਹੁਤ ਪ੍ਰਕਾਰ ਦੇ ਧਾਰਮਿਕ ਕਾਰਜ ਕਰਦਾ ਹੈ, ਇਹ ਸੋਚ ਕੇ ਕਿ ਉਹਨਾਂ ਕਾਰਜਾਂ ਦਾ ਉਹਨੂੰ ਚੰਗਾ ਫਲ ਮਿਲੇਗਾ। ਪਰ ਇਹ ਸਾਰੇ ਬੰਧਨ ਨੇ, ਇਹ ਮਾਨਸਿਕ ਜੰਜੀਰਾਂ ਨੇ, ਜਿਨ੍ਹਾਂ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਜਕੜੀ ਰੱਖਦਾ ਹੈ। ਦਇਆਲ ਪੁਰਖ ਕਿਰਪਾ ਕਰੋ, ਨਾਨਕ ਦਾਸ ਦਸਾਨੀ। ਗੁਰੂ ਜੀ ਕਹਿੰਦੇ, ਹੇ ਦਇਆ ਦੇ ਘਰ ਉੱਤਮ ਪੁਰਖ ਪਰਮਾਤਮਾ, ਮੇਰੇ ਤੇ ਕਿਰਪਾ ਕਰ, ਮੈਨੂੰ ਮੇਰੇ ਦਾਸਾਂ ਦਾ ਵੀ ਦਾਸ ਬਣਾ ਦੇ, ਤਾਂ ਕਿ ਮੇਰੇ ਵਿੱਚ ਹੰਕਾਰ ਨਾ ਆਵੇ। ਜੁਮਲਾ ਤੋਂ ਭਾਵ ਕੁੱਲ ਜੋੜ। ਇਸ ਸ਼ਬਦ ਦੇ ਰਾਹੀਂ ਗੁਰੂ ਜੀ ਇਹ ਦੱਸਣਾ ਚਾਹੁੰਦੇ ਹਨ ਕਿ ਰਾਗ ਗੌੜੀ ਦੇ ਵਿੱਚ ਹੁਣ ਤੱਕ ਅਸੀਂ ਕੁੱਲ 44 ਅਸ਼ਟਪਦੀਆਂ ਪੜ੍ਹ ਚੁੱਕੇ ਹਾਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਰਾਗ ਗੌੜੀ ਪੂਰਬੀ ਸ਼ੰਤ ਮਹਿਲਾ ਪਹਿਲਾ। ਇੱਥੋਂ ਇੱਕ ਨਵਾਂ ਸੈਕਸ਼ਨ ਸ਼ੁਰੂ ਹੋ ਰਿਹਾ ਹੈ, ਜਿਹਨੂੰ ਕਿ ਸ਼ੰਤ ਕਿਹਾ ਜਾਂਦਾ ਹੈ। ਹੁਣ ਤੱਕ ਅਸੀਂ ਅਸ਼ਟਪਦੀਆਂ ਪੜ੍ਹ ਰਹੇ ਸਾਂ। ਮੁੰਦ ਰੈਣ ਦੁਹੇਲੜੀਆਂ, ਜਿਉ ਨੀਂਦ ਨਾ ਆਵੈ। ਮੁੰਦ ਸ਼ਬਦ ਤੋਂ ਭਾਵ ਹੈ ਇਸਤਰੀ, ਇੱਕ ਜਵਾਨ ਇਸਤਰੀ ਜਿਸ ਦੀ ਕਿ ਹਾਲੇ ਸ਼ਾਦੀ ਨਹੀਂ ਹੋਈ, ਪਰ ਉਹਦੀ ਉਮਰ ਹੋ ਗਈ ਹੈ ਵਿਆਹ ਵਾਲੀ। ਉਹਦੀ ਉਮਰ ਹੋ ਗਈ ਹੈ ਜਿਸ ਉਮਰ ਦੇ ਵਿੱਚ ਕਿ ਉਹ ਪਤੀ ਦਾ ਮਿਲਾਪ ਤਾਂਘਦੀ ਹੈ, ਪਤੀ ਦੇ ਮਿਲਾਪ ਦੀ ਤਾਂਘ ਕਰਦੀ ਹੈ। ਉਸ ਅਵਸਥਾ ਦੇ ਵਿੱਚ ਜੋ ਇਸਤਰੀ ਹੈ, ਉਹਦੇ ਲਈ ਇਹ ਸ਼ਬਦ ਮੁੰਦ ਵਰਤਿਆ ਗਿਆ ਹੈ। ਸੋ ਗੁਰੂ ਜੀ ਕਹਿੰਦੇ, ਮੁੰਦ ਰੈਣ ਦੁਹੇਲੜੀਆਂ, ਜਿਉ ਨੀਂਦ ਨਾ ਆਵੈ। ਕਹਿੰਦੇ ਇਸ ਅਵਸਥਾ ਦੇ ਵਿੱਚ ਜੋ ਜੀਵ ਇਸਤਰੀ ਹੈ, ਉਹਦੀ ਰਾਤ ਦੁੱਖਾਂ ਭਰੀ ਬੀਤਦੀ ਹੈ, ਉਹਨੂੰ ਨੀਂਦ ਨਹੀਂ ਆਉਂਦੀ। ਸਾਧਨ ਦੁਬਲੀਆ, ਜਿਉ ਪਿਰ ਕੈ ਹਾਵੈ। ਸਾਧਨ ਤੋਂ ਭਾਵ ਵੀ ਇਸਤਰੀ। ਕਹਿੰਦੇ ਅਜਿਹੀਆਂ ਇਸਤਰੀਆਂ ਕਮਜ਼ੋਰ ਹੋ ਜਾਂਦੀਆਂ ਨੇ ਪਤੀ ਦੇ ਹੌਕਿਆਂ ਦੇ ਵਿੱਚ, ਪਤੀ ਦੇ ਵਿਛੋੜੇ ਦੇ ਹਾਵਿਆਂ ਦੇ ਵਿੱਚ ਦੁਬਲੀਆਂ ਹੋ ਜਾਂਦੀਆਂ ਨੇ। ਧਨ ਥੀ ਦੁਬਲ ਕੰਤ ਹਾਵੈ, ਕੇਵ ਨੈਣੀ ਦੇਖੈ। ਇਸਤਰੀ ਆਪਣੇ ਕੰਤ ਦੇ, ਆਪਣੇ ਪਤੀ ਦੇ ਵਿਛੋੜੇ ਦੇ ਵਿੱਚ ਦੁਬਲੀ ਹੋ ਜਾਂਦੀ ਹੈ ਤੇ ਹਰ ਵਕਤ ਇਹ ਸੋਚਦੀ ਰਹਿੰਦੀ ਹੈ ਕਿ ਉਹ ਆਪਣੀਆਂ ਅੱਖਾਂ ਦੇ ਨਾਲ ਕਿਵੇਂ ਆਪਣੇ ਪਤੀ ਨੂੰ ਵੇਖੇ। ਸ਼ਿੰਗਾਰ ਮਿੱਠ ਰਸ ਭੋਗ ਭੋਜਨ, ਸਭ ਝੂਠ ਕਿਤੈ ਨਾ ਲੇਖੈ। ਉਹਦੇ ਲਈ ਸ਼ਿੰਗਾਰ, ਮਿੱਠੇ ਅਤੇ ਰਸੀਲੇ ਭੋਜਨਾਂ ਦਾ ਭੋਗ, ਇਹ ਸਭ ਕੁਝ ਵਿਅਰਥ ਹੋ ਜਾਂਦਾ ਹੈ, ਝੂਠ ਹੋ ਜਾਂਦਾ ਹੈ। ਉਹਦੇ ਲਈ ਇਹ ਸਭ ਕੁਝ ਕਿਸੇ ਲੇਖੇ ਨਹੀਂ, ਕਿਉਂਕਿ ਜਦ ਤੱਕ ਉਹਦਾ ਆਪਣੇ ਪਤੀ ਤੋਂ ਵਿਛੋੜਾ ਹੈ, ਉਹ ਦੁਖੀ ਹੈ। ਮੈਂ ਮਤ ਜੋਬਨ ਗਰਭ ਗਾਲੀ, ਦੁੱਧਾ ਥਣੀ ਨਾ ਆਵੇ। ਇਸ ਜਵਾਨੀ ਦੀ ਅਵਸਥਾ ਤੋਂ ਅੱਗੇ ਜੇਕਰ ਅਸੀਂ ਵਧੀਏ ਤਾਂ ਵਿਆਹ ਹੁੰਦਾ ਹੈ, ਵਿਆਹ ਤੋਂ ਬਾਅਦ ਬੱਚੇ ਵੀ ਹੁੰਦੇ ਨੇ ਤੇ ਦੁੱਧ ਵੀ ਆਉਂਦਾ ਹੈ। ਤਾਂ ਗੁਰੂ ਜੀ ਕਹਿੰਦੇ, ਜਿਹੜੀਆਂ ਜੀਵ ਇਸਤਰੀਆਂ ਆਪਣੀ ਜਵਾਨੀ ਦੇ ਨਸ਼ੇ ਦੇ ਵਿੱਚ ਮਸਤ ਨੇ, ਆਪਣੇ ਹੰਕਾਰ ਦੇ ਵਿੱਚ ਆਪਣੇ ਆਤਮਿਕ ਜੀਵਨ ਨੂੰ ਗਾਲ ਰਹੀਆਂ ਨੇ। ਮੈਂ ਮਤ ਜੋਬਨ ਗਰਭ ਗਾਲੀ, ਦੁੱਧਾ ਥਣੀ ਨਾ ਆਵੇ। ਉਹ ਦੁੱਧ ਵਾਲੀ ਅਵਸਥਾ ਤੇ ਨਹੀਂ ਪਹੁੰਚ ਪਾਉਂਦੀਆਂ। ਉਹ ਆਪਣੀ ਜਵਾਨੀ ਦੇ ਨਸ਼ੇ ਵਿੱਚ ਇੰਨੀਆਂ ਮਸਤ ਨੇ ਕਿ ਉਹਨਾਂ ਦਾ ਪਤੀ ਦੇ ਨਾਲ ਮਿਲਾਪ ਨਹੀਂ ਹੋ ਪਾਉਂਦਾ, ਤੇ ਪਤੀ ਦੇ ਨਾਲ ਮਿਲਾਪ ਨਹੀਂ ਹੋ ਪਾਏਗਾ ਤਾਂ ਦੁੱਧ ਵਾਲੀ ਅਵਸਥਾ ਤੇ ਨਹੀਂ ਪਹੁੰਚ ਪਾਉਣਗੀਆਂ। ਨਾਨਕ ਸਾਧਨ ਮਿਲੈ ਮਿਲਾਈ, ਬਿਨ ਪਿਰ ਨੀਂਦ ਨਾ ਆਵੇ। ਹੇ ਨਾਨਕ, ਜੀਵ ਇਸਤਰੀ ਦਾ ਆਪਣੇ ਪਤੀ ਦੇ ਨਾਲ ਮਿਲਾਪ ਉਦੋਂ ਹੀ ਹੁੰਦਾ ਹੈ ਜਦੋਂ ਪਤੀ ਆਪ ਚਾਹੁੰਦਾ ਹੈ, ਤੇ ਪਤੀ ਤੋਂ ਬਿਨਾਂ ਨੀਂਦ ਨਹੀਂ ਆਉਂਦੀ। ਹੁਣ ਇਸ ਸਾਰੀ ਵਾਰਤਾਲਾਪ ਦੇ ਰਾਹੀਂ ਜੋ ਗੁਰੂ ਜੀ ਨੇ ਸਮਝਾਉਣਾ ਚਾਹਿਆ ਹੈ ਉਹ ਇਹ ਹੈ ਕਿ ਜੀਵ ਇਸਤਰੀ ਹਰ ਇੱਕ ਮਨੁੱਖ ਹੈ। ਜੀਵ ਇਸਤਰੀ ਦੀ ਇੱਥੇ ਉਦਾਹਰਣ ਲਈ ਗਈ ਹੈ। ਇਸ ਉਦਾਹਰਣ ਦੇ ਰਾਹੀਂ ਗੁਰੂ ਜੀ ਹਰ ਇੱਕ ਮਨੁੱਖ ਨੂੰ
ਸੰਬੋਧਨ ਕਰ ਰਹੇ ਨੇ। ਤੇ ਜੀਵ ਇਸਤਰੀ ਦੀ ਜਵਾਨੀ ਵਾਲੀ ਅਵਸਥਾ ਹਰ ਮਨੁੱਖ ਦੀ ਉਸ ਅਵਸਥਾ ਦੇ ਬਰਾਬਰ ਹੈ ਜਦੋਂ ਉਹਨੂੰ ਦੁਨੀਆਦਾਰੀ ਦੀ ਸੁਰਤ ਆ ਜਾਂਦੀ ਹੈ। ਤੇ ਉਸ ਵਕਤ ਜੋ ਮਨੁੱਖ ਹੈ ਉਹ ਮਾਇਆ ਦੇ ਵਿੱਚ ਲੱਗਾ ਰਹਿੰਦਾ ਹੈ, ਉਸ ਪਤੀ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਨਹੀਂ ਕਰ ਪਾਉਂਦਾ, ਉਹਦੇ ਕਰਕੇ ਦੁਖੀ ਹੁੰਦਾ ਰਹਿੰਦਾ ਹੈ, ਚਿੰਤਾ ਦੇ ਵਿੱਚ ਰਹਿੰਦਾ ਹੈ। ਸੱਚਮੁੱਚ ਹੀ ਰਾਤਾਂ ਦੀ ਨੀਂਦ ਖੁੱਸ ਜਾਂਦੀ ਹੈ। ਤੇ ਉਸ ਪਰਮਾਤਮਾ ਦੇ ਨਾਲ ਮਿਲਾਪ ਤਦੋਂ ਹੀ ਹੁੰਦਾ ਹੈ ਜਦੋਂ ਉਹ ਪਰਮਾਤਮਾ ਖੁਦ ਚਾਹੁੰਦਾ ਹੈ, ਜਦੋਂ ਉਹ ਖੁਦ ਸਾਡੇ ਤੇ ਮਿਹਰ ਕਰਦਾ ਹੈ। ਸੋ ਇਸ ਸਾਰੀ ਜੋ ਜੀਵ ਇਸਤਰੀ ਦੀ ਉਦਾਹਰਣ ਸੀ ਉਹਦੇ ਤੋਂ ਅਸੀਂ ਇਹ ਚੀਜ਼ ਸਮਝਣੀ ਹੈ ਕਿ ਉਹ ਉਦਾਹਰਣ ਵਿਚਲੀ ਜੀਵ ਇਸਤਰੀ ਮੈਂ ਵੀ ਹਾਂ, ਤੁਸੀਂ ਵੀ ਹੋ, ਹਰ ਇੱਕ ਮਨੁੱਖ ਹੈ। ਮੁੰਧ ਨਿਮਾਨੜੀਆਂ ਜੀਓ ਬਿਨ ਧਨੀ ਪਿਆਰੇ। ਧਨੀ ਤੋਂ ਭਾਵ ਖਸਮ। ਆਪਣੇ ਖਸਮ ਦੇ ਮਿਲਾਪ ਤੋਂ ਬਿਨਾਂ ਜਵਾਨੀ ਪਹਿਰੇ ਜੀਵ ਇਸਤਰੀ ਨਿਮਾਣੀ ਹੀ ਰਹਿੰਦੀ ਹੈ। ਕਿਉ ਸੁਖ ਪਾਵੈਗੀ ਬਿਨ ਉਰ ਧਾਰੇ। ਉਰ ਤੋਂ ਭਾਵ ਛਾਤੀ, ਉਰ ਧਾਰੇ ਤੋਂ ਭਾਵ ਛਾਤੀ ਦੇ ਨਾਲ ਲਾ ਲੈਣਾ। ਕਹਿੰਦੇ ਬਿਨਾਂ ਉਹਦੇ ਪਤੀ ਦੇ ਉਹਨੂੰ ਛਾਤੀ ਦੇ ਨਾਲ ਲਾਏ ਉਹ ਕਿਵੇਂ ਸੁੱਖ ਪ੍ਰਾਪਤ ਕਰੇਗੀ। ਭਾਵ ਕਿ ਜਦ ਤੱਕ ਉਹਦਾ ਪਤੀ ਉਹਨੂੰ ਆਪਣੇ ਸੀਨੇ ਦੇ ਨਾਲ ਨਹੀਂ ਲਾ ਲੈਂਦਾ ਉਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਸੁੱਖ ਦਾ ਅਹਿਸਾਸ ਨਹੀਂ ਹੁੰਦਾ। ਨਾਹ ਬਿਨ ਘਰ ਵਾਸ ਨਾਹੀ ਪੁੱਛੋ ਸਖੀ ਸਹੇਲੀਆਂ। ਨਾਹ ਤੋਂ ਭਾਵ ਵੀ ਖਸਮ ਹੀ ਹੈ। ਸੋ ਗੁਰੂ ਜੀ ਕਹਿੰਦੇ ਕਿ ਖਸਮ ਤੋਂ ਬਿਨਾਂ ਘਰ ਦਾ ਵਸੇਵਾ ਨਹੀਂ ਹੋ ਸਕਦਾ। ਬੇਸ਼ੱਕ ਆਪਣੀਆਂ ਸਖੀ ਸਹੇਲੀਆਂ ਤੋਂ ਪੁੱਛ ਕੇ ਵੇਖ ਲਵੋ। ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੈ ਸੱਚ ਸੁਹੇਲੀਆਂ। ਇਸ ਪੰਕਤੀ ਦੇ ਵਿੱਚ ਗੁਰੂ ਜੀ ਉਦਾਹਰਣ ਤੋਂ ਬਾਹਰ ਆ ਕੇ ਡਾਇਰੈਕਟ ਗੱਲ ਕਰ ਰਹੇ ਨੇ, ਸਿੱਧੀ ਗੱਲ ਕਰ ਰਹੇ ਨੇ ਕਿ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੈ ਸਾਚ ਸੁਹੇਲੀਆਂ, ਕਿ ਉਸ ਪਰਮਾਤਮਾ ਦੇ ਨਾਮ ਨੂੰ ਜਪਣ ਤੋਂ ਬਿਨਾਂ ਉਹਦੀ ਪ੍ਰੀਤ, ਉਹਦਾ ਪਿਆਰ ਹਾਸਲ ਨਹੀਂ ਕੀਤਾ ਜਾ ਸਕਦਾ। ਉਹੀ ਜੀਵ ਇਸਤਰੀਆਂ ਸੁਖੀ ਵਸਦੀਆਂ ਨੇ ਜਿਹੜੀਆਂ ਕਿ ਆਪਣੇ ਪ੍ਰਭੂ ਪਤੀ ਦਾ ਨਾਮ ਜਪਦੀਆਂ ਨੇ। ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸ਼ਹਿ ਜਾਣਿਆ। ਗੁਰੂ ਤੋਂ ਸਿੱਖਿਆ ਲੈ ਕੇ ਜਿਸ ਜੀਵ ਇਸਤਰੀ ਨੇ ਇਹ ਜਾਣਿਆ ਤੇ ਜਾਣ ਕੇ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ, ਸੰਤੋਖ ਦੇ ਵਿੱਚ ਜੀਵਨ ਜਿਉਣ ਲੱਗ ਗਈ, ਉਹਦਾ ਸੱਜਣ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਨਾਨਕ ਨਾਮ ਨਾ ਛੋੜੈ ਸਾਧਨ ਨਾਮ ਸਹਿਜ ਸਮਾਣੀਆਂ। ਹੇ ਨਾਨਕ, ਉਹ ਜੀਵ ਇਸਤਰੀ ਪਰਮਾਤਮਾ ਦੇ ਨਾਮ ਨੂੰ ਫਿਰ ਕਦੇ ਵੀ ਭੁੱਲਦੀ ਨਹੀਂ, ਕਦੇ ਵੀ ਛੱਡਦੀ ਨਹੀਂ, ਤੇ ਸਦਾ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ ਆਤਮਿਕ ਅਡੋਲਤਾ ਦੇ ਵਿੱਚ ਟਿਕੀ ਰਹਿੰਦੀ ਹੈ। ਮਿਲ ਸਖੀ ਸਹੇਲੜੀ ਹੋ ਹਮ ਪਿਰ ਰਾਵੇ ਹਾ ਤੋਂ ਭਾਵ ਸਿਮਰਨ ਕਰਨਾ ਕਿ ਹੇ ਸਹੇਲਿਓ, ਹੇ ਸਖੀਓ, ਆਓ ਮਿਲ ਬੈਠੀਏ ਤੇ ਉਸ ਪਤੀ ਪ੍ਰਭੂ ਦਾ ਭਜਨ ਕਰੀਏ, ਉਹਦਾ ਸਿਮਰਨ ਕਰੀਏ। ਗੁਰ ਪੁੱਛ ਲਿਖਾਓਗੀ ਜੀਓ ਸ਼ਬਦ ਸਨੇਹਾ। ਮੈਂ ਗੁਰੂ ਨੂੰ ਪੁੱਛ ਕੇ, ਗੁਰੂ ਤੋਂ ਸਿੱਖਿਆ ਲੈ ਕੇ ਉਸ ਪਤੀ ਪ੍ਰਭੂ ਦੇ ਨਾਮ ਇੱਕ ਸੁਨੇਹਾ ਲਿਖਾਂਗੀ ਕਿ ਹੇ ਪ੍ਰਮਾਤਮਾ ਮੈਨੂੰ ਆ ਕੇ ਮਿਲ। ਸ਼ਬਦ ਸਾਚਾ ਗੁਰ ਦਿਖਾਇਆ ਮਨਮੁਖੀ ਪਛਤਾਣੀਆਂ। ਜਿਨ੍ਹਾਂ ਜੀਵ ਇਸਤਰੀਆਂ ਨੂੰ ਗੁਰੂ ਨੇ ਆਪਣਾ ਸ਼ਬਦ ਬਖਸ਼ਿਆ, ਆਪਣੀ ਸਿੱਖਿਆ ਦਿੱਤੀ, ਉਹਨਾਂ ਨੇ ਉਸ ਸਿੱਖਿਆ ਦੀ ਬਰਕਤ ਦੇ ਨਾਲ ਉਸ ਪਰਮਾਤਮਾ ਨੂੰ ਅੰਗ ਸੰਗ ਵੇਖ ਲਿਆ, ਮਹਿਸੂਸ ਕਰ ਲਿਆ। ਤੇ ਜਿਹੜੀਆਂ ਮਨਮੁਖੀ ਰਹੀਆਂ, ਆਪਣੇ ਮਨ ਦੇ ਪਿੱਛੇ ਚੱਲਦੀਆਂ ਰਹੀਆਂ, ਉਹ ਪਛਤਾਉਂਦੀਆਂ ਹੀ ਰਹੀਆਂ। ਨਿਕਸ ਜਾਤੋ ਰਹਿ ਅਸਥਿਰ ਜਾਮ ਸੱਚ ਪਛਾਣਿਆ। ਜਾਮ ਤੋਂ ਭਾਵ ਜਦੋਂ ਜੀਵ ਇਸਤਰੀ ਨੇ ਸੱਚ ਨੂੰ ਪਛਾਣ ਲਿਆ, ਇਸ ਜ਼ਿੰਦਗੀ ਦੀ ਅਸਲੀਅਤ ਨੂੰ ਜਾਣ ਲਿਆ ਤੇ ਉਸ ਸੱਚੇ ਪਰਮਾਤਮਾ ਨੂੰ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੇਖ ਲਿਆ, ਤਾਂ ਫਿਰ ਉਹ ਨਿਕਸ ਜਾਤੋ ਤੋਂ ਭਾਵ ਨਿਕਲ ਜਾਣਾ, ਭਟਕਣਾ ਦੇ ਵਿੱਚੋਂ ਨਿਕਲ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨਾਂ ਦੇ ਵਿੱਚੋਂ ਛੁੱਟ ਜਾਂਦੀ ਹੈ, ਰਹਿ ਅਸਥਿਰ ਤੇ ਸਦਾ ਅਡੋਲ ਰਹਿੰਦੀ ਹੈ। ਸਾਚ ਕੀ ਮਤ ਸਦਾ ਨੌਤਨ ਸ਼ਬਦ ਨੇਹੋ ਨਵੇਲੋ। ਜਿਸ ਦੇ ਅੰਦਰ ਉਹ ਸਦਾ ਥਿਰ ਪ੍ਰਮਾਤਮਾ ਟਿਕ ਜਾਂਦਾ ਹੈ, ਉਹਦੀ ਮਤ ਸਦਾ ਹੀ ਨਵੀਂ ਨਰੋਈ ਰਹਿੰਦੀ ਹੈ, ਨੌਤਨ ਰਹਿੰਦੀ ਹੈ। ਗੁਰੂ ਦੀਆਂ ਸਿੱਖਿਆਵਾਂ, ਗੁਰੂ ਦੇ ਸ਼ਬਦਾਂ ਦੀ ਬਰਕਤ ਦੇ ਨਾਲ
ਉਹਦੇ ਅੰਦਰ ਉਸ ਪ੍ਰਮਾਤਮਾ ਦੇ ਪ੍ਰਤੀ ਨਿਤ ਨਵਾਂ ਪਿਆਰ ਉਮੜਦਾ ਰਹਿੰਦਾ ਹੈ। ਨਾਨਕ ਨਦਰੀ ਸਹਿਜ ਸਾਚਾ, ਮਿਲੋ ਸਖੀ ਸਹੇਲੀਓ। ਹੇ ਨਾਨਕ, ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਆਪਣੀ ਮਿਹਰ ਦੀ ਨਿਗਾਹ ਦੇ ਨਾਲ ਉਸ ਜੀਵ ਇਸਤਰੀ ਨੂੰ ਆਤਮਿਕ ਅਡੋਲਤਾ ਦੇ ਵਿੱਚ ਟਿਕਾਈ ਰੱਖਦਾ ਹੈ। ਇਸੇ ਲਈ ਹੇ ਸਤਸੰਗੀ ਸਹੇਲੀਓ, ਆਓ ਅਸੀਂ ਮਿਲ ਕੇ ਬੈਠੀਏ ਤੇ ਉਸ ਪ੍ਰਮਾਤਮਾ ਦਾ ਸਿਮਰਨ ਕਰੀਏ, ਉਹਦੀ ਸਿਫਤ ਸਲਾਹ ਕਰੀਏ। ਮੇਰੀ ਇੱਛ ਪੁਨੀ ਜੀਓ, ਹਮ ਘਰ ਸੱਜਣ ਆਇਆ। ਉਹ ਜੀਵ ਇਸਤਰੀ ਕਹਿੰਦੀ ਹੈ ਕਿ ਹੇ ਸਹੇਲੀਓ, ਮੇਰੀ ਇੱਛਾ ਪੂਰੀ ਹੋ ਗਈ ਹੈ। ਮੇਰੇ ਹਿਰਦੇ ਘਰ ਦੇ ਵਿੱਚ ਪਤੀ ਪ੍ਰਭੂ ਦਾ ਵਾਸ ਹੋ ਗਿਆ ਹੈ। ਮੇਰੇ ਹਿਰਦੇ ਘਰ ਦੇ ਵਿੱਚ ਪਤੀ ਪ੍ਰਭੂ ਪ੍ਰਗਟ ਹੋ ਗਿਆ ਹੈ। ਮਿਲਵਰ ਨਾਰੀ ਮੰਗਲ ਗਾਇਆ। ਇਸ ਖੁਸ਼ੀ ਦੇ ਵਿੱਚ ਉਸ ਜੀਵ ਇਸਤਰੀ ਨੇ ਖੁਸ਼ੀ ਦੇ ਗੀਤ ਗਾਏ। ਮੰਗਲ ਤੋਂ ਭਾਵ ਖੁਸ਼ੀ, ਗਾਇਆ ਤੋਂ ਭਾਵ ਖੁਸ਼ੀ ਦੇ ਗੀਤ ਗਾਏ। ਗੁਣ ਗਾਏ ਮੰਗਲ ਪ੍ਰੇਮ ਰਹਿਸੀ, ਮੁੰਦ ਮਨ ਉਮਾਹੋ। ਆਪਣੇ ਪਤੀ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾ ਕੇ ਆਪਣੇ ਪਤੀ ਪ੍ਰਭੂ ਦੇ ਪ੍ਰੇਮ ਦੇ ਵਿੱਚ ਜੀਵ ਇਸਤਰੀ ਮੰਗਲ ਹੋ ਗਈ, ਖੁਸ਼ ਹੋ ਗਈ। ਮੁੰਦ ਮਨ ਉਮਾਹੋ ਭਾਵ ਕਿ ਉਸ ਜੀਵ ਇਸਤਰੀ ਦੇ ਮਨ ਦੇ ਵਿੱਚ ਚਾਅ ਪੈਦਾ ਹੋ ਗਿਆ, ਖਿੜਾਓ ਆ ਗਿਆ। ਸਾਜਨ ਰਹੰਸੇ ਦੁਸ਼ਟ ਵਿਆਪੇ, ਸਾਚ ਜਪ ਸੱਚ ਲਾਹੋ। ਉਹਦੇ ਸੱਜਣ, ਉਹਦਾ ਪਤੀ ਖੁਸ਼ ਹੋ ਗਿਆ ਤੇ ਜੋ ਮੰਦੇ ਖਿਆਲ ਸੀ ਉਹ ਬਿਨਸ ਗਏ, ਦੁਸ਼ਟ ਵਿਆਪ ਗਏ। ਪ੍ਰਮਾਤਮਾ ਦਾ ਨਾਮ ਜਪ ਕੇ ਉਸ ਜੀਵ ਇਸਤਰੀ ਨੇ ਸਥਿਰਤਾ ਦਾ ਲਾਭ ਖੱਟ ਲਿਆ, ਲਾਹਾ ਖੱਟ ਲਿਆ। ਕਰ ਜੋੜ ਸਾਧਨ ਕਰੈ ਬਿਨਤੀ, ਰੈਣ ਦਿਨ ਰਸ ਭਿੰਨੀਆਂ। ਉਹ ਜੀਵ ਇਸਤਰੀ ਆਪਣੇ ਹੱਥ ਜੋੜ ਕੇ ਉਸ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੀ ਹੈ, ਅਰਦਾਸ ਕਰਦੀ ਹੈ ਕਿ ਉਹ ਦਿਨ ਰਾਤ ਉਹਦੇ ਪ੍ਰੇਮ ਰਸ ਦੇ ਵਿੱਚ ਭਿੰਨੀ ਰਹੇ, ਪ੍ਰੇਮ ਰਸ ਦੇ ਵਿੱਚ ਰੰਗੀ ਰਹੇ। ਨਾਨਕ ਪਿਰ ਧਨ ਕਰੈ ਰਲੀਆ, ਇਸ਼ ਮੇਰੀ ਪੁੰਨੀਆ। ਹੇ ਨਾਨਕ, ਉਹ ਜੀਵ ਇਸਤਰੀ ਆਖਦੀ ਹੈ ਕਿ ਮੇਰੀ ਇੱਛਾ ਪੂਰੀ ਹੋ ਗਈ, ਕਿਉਂਕਿ ਮੇਰੇ ਹਿਰਦੇ ਦੀ ਸੇਜ ਦੇ ਉੱਤੇ ਮੇਰਾ ਪਤੀ ਉਹ ਪ੍ਰਮਾਤਮਾ ਪ੍ਰਗਟ ਹੋ ਗਿਆ ਤੇ ਉੱਥੇ ਪਿਰ ਅਤੇ ਧਨ ਭਾਵ ਕਿ ਖਸਮ ਤੇ ਇਸਤਰੀ ਕਰੈ ਰਲੀਆਂ ਮੌਜਾਂ ਕਰਦੇ ਪਏ ਨੇ। ਅੱਜ ਦੇ ਅੰਗ ਦੀ ਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਅਸ਼ਟਪਦੀ ਪੜ੍ਹੀ, ਜਿਸ ਦੇ ਵਿੱਚ ਕਿ ਗੁਰੂ ਜੀ ਨੇ ਇੱਕ ਇਨਸਾਨ ਦੇ ਜੀਵਨ ਦਾ ਬਿਰਤਾਂਤ ਪੇਸ਼ ਕੀਤਾ ਕਿ ਕਿਸ ਪ੍ਰਕਾਰ ਮਨੁੱਖ ਸਾਰੀ ਉਮਰ ਮਾਇਆ ਦੇ ਪਿੱਛੇ ਭੱਜਦਾ ਰਹਿੰਦਾ ਹੈ, ਆਪਣਾ ਮੋਹ ਮਾਇਆ ਦੇ ਵਿੱਚ ਹੀ ਜੋੜੀ ਰੱਖਦਾ ਹੈ। ਅੰਤ ਵੇਲੇ ਤੱਕ ਵੀ ਮਾਇਆ ਦੇ ਖਿਆਲ ਉਹਦਾ ਖੇੜਾ ਨਹੀਂ ਛੱਡਦੇ, ਜਦਕਿ ਮਾਇਆ ਉਹਦਾ ਸਾਥ ਛੱਡ ਜਾਂਦੀ ਹੈ। ਤੇ ਉਸ ਤੋਂ ਬਾਅਦ ਸ਼ੰਤ ਦਾ ਸੈਕਸ਼ਨ ਸ਼ੁਰੂ ਹੋਇਆ, ਜਿਸ ਦੇ ਵਿੱਚ ਕਿ ਗੁਰੂ ਜੀ ਨੇ ਇੱਕ ਜੀਵ ਇਸਤਰੀ ਦੀ ਉਦਾਹਰਣ ਲਈ ਹੈ। ਉਹਦੀ ਆਪਣੇ ਪਤੀ ਦੇ ਮਿਲਾਪ ਦੇ ਲਈ ਤਾਂਘ ਨੂੰ ਪੇਸ਼ ਕੀਤਾ ਹੈ ਤੇ ਜਦੋਂ ਪਤੀ ਦਾ ਮਿਲਾਪ ਹਾਸਿਲ ਹੋ ਗਿਆ, ਉਸ ਵਕਤ ਉਹ ਜੋ ਖੁਸ਼ ਹੋਈ ਹੈ ਤੇ ਖੁਸ਼ੀ ਦੇ ਵਿੱਚ ਉਹਨੇ ਗੀਤ ਗਾਏ ਨੇ, ਆਪਣੇ ਪਤੀ ਦੀ ਸਿਫਤ ਸਲਾਹ ਵੀ ਕੀਤੀ ਹੈ, ਉਹਦਾ ਸਿਮਰਨ ਕੀਤਾ ਹੈ, ਉਸ ਬਿਰਤਾਂਤ ਨੂੰ ਪੇਸ਼ ਕੀਤਾ ਹੈ ਤੇ ਉਹਦੇ ਰਾਹੀਂ ਸਾਨੂੰ ਸਮਝਾਉਣਾ ਕੀਤਾ ਹੈ ਕਿ ਉਸ ਜੀਵ ਇਸਤਰੀ ਦੇ ਤਰ੍ਹਾਂ ਅਸੀਂ ਵੀ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਦੀ ਤਾਂਘ ਕਰੀਏ ਤੇ ਜਦੋਂ ਉਸ ਪ੍ਰਮਾਤਮਾ ਨੂੰ ਅਸੀਂ ਮਹਿਸੂਸ ਕਰ ਪਾਈਏ ਤਾਂ ਉਹਦੀ ਸਿਫਤ ਸਲਾਹ ਦੇ ਗੀਤ ਵੀ ਗਾਈਏ। ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਬਾਣੀ ਦੀਆਂ ਵੀ ਇਹ ਸਿੱਖਿਆਵਾਂ ਤੁਹਾਨੂੰ ਸਮਝ ਦੇ ਵਿੱਚ ਆ ਗਈਆਂ ਹੋਣਗੀਆਂ ਤੇ ਤੁਸੀਂ ਆਪੋ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਇਹਨਾਂ ਨੂੰ ਉਤਾਰੋਗੇ, ਇਹਨਾਂ ਸਿੱਖਿਆਵਾਂ ਨੂੰ ਲੈ ਕੇ ਆਓਗੇ। ਇਸੇ ਹੀ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।